ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਸ ਗੱਲ ਦਾ ਨਿਯੋਤਾ ਦਿੱਤਾ ਹੈ ਕਿ ਵੀ ਦਿੱਲੀ ਵਿੱਚ ਇੱਕ ਵੱਡਾ ਪ੍ਰੋਟੈਸਟ ਮਾਰਚ ਕੱਢਿਆ ਜਾਏਗਾ। ਪ੍ਰੋਟੈਸਟ ਮਾਰਚ ਜੋ ਦਿੱਲੀ ਵਿੱਚ ਹੋਣਾ ਹੈ ਉਸ ਨੂੰ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਨੇ ਆਪਣੇ ਇੱਕ ਬਿਆਨ ਰਾਹੀਂ ਰਿਜੈਕਟ ਕਰਤਾ। ਉਹਨਾਂ ਨੇ ਇਹ ਕਿਹਾ ਕਿ ਉਹ ਜੇ ਪ੍ਰੋਟੈਸਟ ਮਾਰਚਾਂ ਦਾ ਕੋਈ ਫਾਇਦਾ ਨਹੀਂ ਸਿੱਖ ਕੌਮ ਨੂੰ। ਸਿੱਖ ਕੌਮ ਨੇ ਅੱਗੇ ਬੜੇ ਪ੍ਰੋਟੈਸਟ ਮਾਰਚ ਧਰਨੇ ਦਿੱਤੇ, ਕੋਈ ਲਾਭ ਨਹੀਂ ਹੋਇਆ। ਇਸ ਲਈ ਤੁਸੀਂ ਇਹ ਜਿਹੜਾ ਕਰਨਾ ਪ੍ਰੋਟੈਸਟ ਮਾਰਚ ਇਹ ਨਾ ਕੱਢੋ, ਸਗੋਂ ਬੈਠ ਕੇ ਗੱਲਬਾਤ ਰਾਹੀਂ ਯਾਨੀ ਨੈਗੋਸ਼ੀਏਸ਼ਨ ਦਾ ਰਾਹ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਨੈਗੋਸ਼ੀਏਸ਼ਨ ਰਾਹੀਂ ਗੱਲਬਾਤ ਰਾਹੀਂ ਕੋਈ ਸਿੱਟੇ ਨਿਕਲ ਸਕਦੇ ਹਨ। ਸੋ ਇਸ ਤੋਂ ਇਹ ਹੋਇਆ ਕਿ ਜੋ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਦੇ ਜੋ ਸਿੱਖ ਆ ਉਹਨਾਂ ਨੇ ਆਪਣਾ ਇਸ ਤੋਂ ਕਿਨਾਰਾ ਕਰ ਲਿਆ। ਸੋ ਜੇਕਰ SGPC ਪ੍ਰੋਟੈਸਟ ਮਾਰਚ ਕੱਢੇਗੀ ਵੀ ਤਾਂ ਦਿੱਲੀ ਦੇ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਇਸ ਪ੍ਰੋਟੈਸਟ ਮਾਰਚ ਵਿੱਚ ਹਿੱਸਾ ਨਹੀਂ ਲਏਗੀ, ਕਿਉਂਕਿ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜੋ ਹੈ ਉਹਦੇ ਉੱਪਰ ਵੀ ਕਬਜ਼ਾ ਜਿਹੜਾ ਹੈ ਹਰਮੀਤ ਸਿੰਘ ਕਾਲਕਾ ਜੀ ਦੇ ਉਹਨਾਂ ਦੇ ਸਾਥੀਆਂ ਦਾ, ਉਹਨਾਂ ਦਾ ਪੂਰਾ ਦੋਨਾਂ 'ਚ 'ਤੇ ਕੰਟਰੋਲ ਹੈ। ਇਹ ਅੱਜ ਕੱਲ੍ਹ ਬਹੁਤ ਨਜ਼ਦੀਕ ਹਨ ਬੀਜੇਪੀ ਦੇ ਇਸ ਕਰਕੇ ਨਜ਼ਦੀਕ ਹਨ ਕਿ ਮਨਜਿੰਦਰ ਸਿੰਘ ਸਿਰਸਾ ਜੀ ਜੋ ਪ੍ਰਾਈਮ ਮਿਨਿਸਟਰ ਲਈ ਸਿੱਖ ਮੁੱਦਿਆਂ 'ਤੇ ਸਪੋਕਸਮੈਨ ਹਨ, ਉਹ ਇਹ ਸਾਰਾ ਕੁਝ ਉਹਨਾਂ ਨੇ ਹੀ ਕਰਵਾਇਆ ਅਤੇ ਇਹਨਾਂ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਬਾਦਲ ਪਰਿਵਾਰ ਦੀ ਚੁੰਗਲ 'ਚੋਂ ਕੱਢ ਦਿੱਤਾ। ਸੋ ਹੁਣ ਇਸ ਉੱਪਰ ਇਹ ਜੋ ਵਿਚਾਰ ਕਰਨਾ ਪਏਗਾ ਕਿ ਕੀ ਪ੍ਰੋਟੈਸਟ ਮਾਰਚ ਹੁਣ ਕੱਢਣਾ ਚਾਹੀਦਾ, ਜਦੋਂ ਕਿ ਦਿੱਲੀ ਨੇ ਇਹਨੂੰ ਰਿਜੈਕਟ ਕਰਤਾ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਨੂੰ ਤਾੜਨਾ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਜੇਕਰ ਤੁਸੀਂ 30 ਤਰੀਕ ਤੱਕ ਰਾਜੋਆਣਾ ਜੀ ਦੀ ਰਿਹਾਈ ਦਾ ਕੁਝ ਨਹੀਂ ਕਰਦੇ ਤਾਂ ਇਸ ਦੇ ਜੋ ਸਟਿੱਟੇ ਨਿਕਲਣਗੇ ਅਤੇ ਜੋ ਸਥਿਤੀ ਪੈਦਾ ਹੋਏਗੀ ਉਹਦੇ ਤੁਸੀਂ ਜ਼ਿੰਮੇਵਾਰ ਖੁਦ ਹੋਵੋਗੇ। ਸੋ ਇਹਦਾ ਇੱਕ ਬੜੀ ਸਪਸ਼ਟ ਗੱਲ ਹੋ ਗਈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹਨਾਂ ਨੂੰ ਸਹਿਯੋਗ ਦੇ ਜਾਂ ਨਾ ਦੇ, ਇਹਨਾਂ ਦੇ ਇਸ ਪ੍ਰੋਟੈਸਟ ਮਾਰਚ ਵਿੱਚ ਹਿੱਸਾ ਲਏ ਜਾਂ ਨਾ ਲਏ, ਇਹ ਤਾਂ ਹੁਣ ਦਸੰਬਰ ਦੀ 30 ਤਰੀਕ ਨੂੰ ਕੱਢਣਾ ਹੀ ਪੈਣਾ ਹੈ, ਕਿਉਂਕਿ ਕਮੇਟੀ ਤਾਂ ਫਲਾਪ ਹੋ ਚੁੱਕੀ ਹੈ ਪਹਿਲੇ ਹੀ, ਜਿਹੜੀ 5 ਮੈਂਬਰੀ ਬਣਾਈ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਨ 'ਤੇ। ਸੋ ਇੱਥੇ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅੰਮ੍ਰਿਤਸਰ ਵਾਲੀ, ਇਹਦੇ ਪ੍ਰਧਾਨ ਜੀ ਹਰਜਿੰਦਰ ਸਿੰਘ ਧਾਮੀ ਜੀ ਕਿਵੇਂ ਦੂਸਰੇ ਜੋ ਸੰਸਥਾਵਾਂ ਹਨ ਉਹਨਾਂ ਦੇ ਲੀਡਰਾਂ ਨਾਲ ਗੱਲ ਕੀਤੇ ਬਿਨਾਂ ਕਿਵੇਂ ਉਹਨਾਂ ਨੂੰ ਟੇਕਨ ਫਾਰ ਗ੍ਰਾਂਟਿਡ ਲੈ ਰਹੇ ਹਨ ਕਿ ਜੋ ਵੀ ਉਹ ਫੈਸਲਾ ਕਰਨਗੇ ਉਹਦੇ ਨੂੰ ਉਹ ਸਮਰਥਨ ਦੇਣਗੇ। ਸਮਰਥਨ ਨਹੀਂ ਦੇ ਸਕਦੇ, ਕਿਉਂਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਇਹ ਦੋ ਵੱਖਰੇ ਵੱਖਰੇ ਰਾਹਾਂ 'ਤੇ ਚੱਲ ਰਹੀਆਂ। ਇਹਨਾਂ ਦਾ ਕਿਤੇ ਵੀ ਕੋਈ ਸੁਮੇਲ ਨਹੀਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਇਸ ਵੇਲੇ ਉਥਲ ਪੁਥਲ ਹੋਇਆ, ਭਟਕ ਰਿਹਾ, ਅਤੇ ਦਿੱਲੀ ਵਾਲਿਆਂ ਦੀ ਆਪਣੀ ਚੜ੍ਹਦੀ ਕਲਾ, ਕਿਉਂਕਿ ਉਹਨਾਂ ਦਾ ਦਿੱਲੀ ਵਿੱਚ ਸੈਂਟਰ ਗੌਰਮੈਂਟ ਨਾਲ ਸਿੱਧਾ ਰਾਬਤਾ ਕਾਇਮ ਹੋ ਚੁੱਕਿਆ ਪਿਛਲੇ ਕਈ ਸਾਲਾਂ ਦਾ, ਅਤੇ ਉਹਦੇ ਮੁਤਾਬਕ ਕੋਈ ਸਾਰੀ ਕਾਰਵਾਈ ਕਰਦੇ ਨੇ। ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਈ ਤੁਸੀਂ, ਇਹ ਹਰਮੀਤ ਸਿੰਘ ਜੀ ਨੇ ਕਿਹਾ ਕਿ ਤੁਸੀਂ ਇਹ ਪ੍ਰੋਟੈਸਟ ਮਾਰਚ ਨਾ ਕੱਢੋ, ਇਹ ਮੈਂ ਬੜੇ ਆਪਣੀ ਸਮਝ ਅਤੇ ਅਨੁਭਵ ਦੇ ਆਧਾਰ 'ਤੇ ਕਹਿ ਰਿਹਾ ਕਿ ਇਹ ਸਟੇਟਮੈਂਟ ਦੇਣ ਲਈ ਉਹਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਨਾ ਕਿਸੇ ਲੈਵਲ 'ਤੇ ਇਹ ਸਲਾਹ ਦਿੱਤੀ ਗਈ ਹੈ ਕਿ ਇਸ ਨੂੰ ਤੁਸੀਂ ਨਿਪ ਦੀ ਈਵਲ ਇਨ ਦੀ ਬਰਡ, ਇਹਦੇ ਸ਼ੁਰੂਆਤ ਤੋਂ ਪਹਿਲੇ ਹੀ ਇਹਦੇ 'ਤੇ ਕਿੰਤੂ ਪਰੰਤੂ ਕਰ ਦਿਓ, ਇਹਨੂੰ ਵਿਵਾਦ ਵਿੱਚ ਖੜਾ ਕਰ ਦਿਓ। ਤੋਂ ਵਿਵਾਦਾਂ ਦੇ ਘੇਰੇ ਵਿੱਚ ਉਹਨਾਂ ਨੇ ਜਿਹੜਾ 30 ਦਸੰਬਰ ਨੂੰ ਪ੍ਰੋਟੈਸਟ ਮਾਰਚ ਹੋਣਾ ਉਹਨੂੰ ਵੀ ਖੜਾ ਕਰ ਦਿੱਤਾ। ਸੋ ਸਵਾਲ ਹੁਣ ਇਹ ਹੈ ਕਿ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਰਘਬੀਰ
ਸਿੰਘ ਜੀ ਇਹ ਕਿਵੇਂ ਅੱਗੇ ਵੱਧ ਸਕਦੇ ਹਨ ਜਦ ਸਿੱਖ ਕੌਮ ਪਹਿਲੇ ਹੀ ਉਹਨਾਂ ਨੇ ਦੋ ਹਿੱਸਿਆਂ 'ਚ ਵੰਡ ਦਿੱਤੀ ਹੈ, ਕੇਂਦਰ ਦੇ ਮੁਤਾਬਕ ਵੰਡ ਹੋ ਗਈ ਹੈ। ਔਰ ਇਹ ਵੈਸੇ ਵੀ ਜਿਹੜੀ ਟੁਕੜੇ ਟੁਕੜੇ ਹੋਈ ਹੁੰਦੀ ਹੈ ਸਿੱਖ ਕੌਮ ਦੀ ਸ਼ਕਤੀ, ਉਹ ਕਿਸੇ ਕਦੀ ਵੀ ਸਿਰੇ ਨਹੀਂ ਲੱਗ ਸਕਦੀ। ਔਰ ਮੈਂ ਇਹ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸੈਂਟਰ ਆਪਣੀ ਚਾਲ 'ਚ ਬਿਲਕੁਲ ਕਾਮਯਾਬ ਹੋ ਗਿਆ, ਕਿਉਂਕਿ ਇਹ ਜਿਹੜੀ ਪ੍ਰੋਟੈਸਟ ਮਾਰਚ ਹੈ ਇਹਦੇ ਉੱਪਰ ਉਹਨਾਂ ਨੇ ਪਹਿਲੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਔਰ ਇਸ ਨੂੰ ਵਿਵਾਦ ਵਿੱਚ ਪਾ ਦਿੱਤਾ ਔਰ ਇਹਦੀ ਆਲੋਚਨਾ ਕਰ ਦਿੱਤੀ ਹੈ ਕਿ ਵੀ ਇਹੋ ਜਿਹੇ ਮਾਰਚਾਂ ਦਾ ਕੋਈ ਫਾਇਦਾ ਨਹੀਂ, ਅੱਗੇ ਤੁਸੀਂ ਬੜੇ ਕਰ ਚੁੱਕੇ ਹੋ। ਇਹ ਉਹਨਾਂ ਨੇ ਤੰਜ ਵੀ ਕੱਸ ਦਿੱਤਾ ਕਿ ਤੁਸੀਂ ਬੜੇ ਕਰ ਚੁੱਕੇ ਹੋ ਤੇ ਨਿਕਲਿਆ ਕੀ ਹੈ। ਗੱਲ ਬੜੀ ਜਿਹੜੀ ਕਾਲਕਾ ਜੀ ਨੇ ਗੱਲ ਕਹੀ ਹੈ ਬੜੀ ਵਜਨਦਾਰ ਗੱਲ ਹੈ ਕਿ ਬਈ ਤੁਸੀਂ 1984 ਵਿੱਚ ਅਕਾਲ ਤਖਤ 'ਤੇ ਜੋ ਦਰਬਾਰ ਸਾਹਿਬ 'ਤੇ ਜਦੋਂ ਫੌਜੀ ਕਾਰਵਾਈ ਹੋਈ, ਹਮਲਾ ਹੋਇਆ, ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ। ਕੁਝ ਜੁਝਾਰੂ ਸਿੱਖ ਜਿਹੜੇ ਬੰਦੂਕਾਂ ਚੱਕ ਕੇ ਲੜ ਰਹੇ ਸੀ ਉਹ ਵੀ ਸ਼ਹੀਦ ਹੋ ਗਏ। ਤਾਂ ਉਸ ਤੋਂ ਬਾਅਦ ਅੱਜ 38 ਸਾਲ ਹੋ ਗਏ ਅਤੇ ਉਹਦੇ 'ਚੋਂ ਨਿਕਲਿਆ ਕਿ ਸਿੱਖ ਕੌਮ ਭੰਬਲ ਭੂਸਿਆਂ 'ਚ ਪਈ ਹੋਈ ਹੈ। ਇਹ ਭੰਬਲ ਭੂਸਿਆਂ 'ਚ ਪਈ ਰਹੇਗੀ ਕਿਉਂਕਿ ਸਿੱਖਾਂ ਵਿੱਚ ਹੁਣ ਕੋਈ ਯੂਨਿਟੀ ਨਹੀਂ, ਆਪਸੀ ਤਾਲਮੇਲ ਨਹੀਂ, ਵੱਖਰੇ ਵੱਖਰੇ ਇੰਟਰਸਟ ਹੋ ਚੁੱਕੇ ਨੇ ਔਰ ਇੱਕ ਵੱਖਰੀ ਨਵੀਂ ਕਮੇਟੀ ਵੀ ਸਥਾਪਿਤ ਹੋ ਚੁੱਕੀ ਹੈ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਇਹਨਾਂ ਸਾਰਿਆਂ ਦਾ ਸਹਿਯੋਗ ਲੈ ਕੇ ਸਿੱਖ ਕੌਮ ਦੇ ਕੋਈ ਮੁੱਦੇ ਹੋਣ ਜਿਹੜੇ ਸਭ ਦੇ ਸਾਂਝੇ ਹੋਣ ਤਾਂ ਕੁਝ ਹੋ ਸਕਦਾ। ਜੇਕਰ ਸਾਰੀ ਸਿਆਸਤ ਦੇ ਪਿੱਛੇ ਸੁਖਬੀਰ ਬਾਦਲ ਦਾ ਦਿਮਾਗ ਹੀ ਚੱਲਣਾ ਔਰ ਅਕਾਲ ਤਖਤ ਦੇ ਪਿੱਛੇ ਵੀ ਉਹਦਾ ਹੀ ਦਿਮਾਗ ਚੱਲਣਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ ਵੀ ਉਹਦਾ ਹੀ ਦਿਮਾਗ ਚੱਲਣਾ ਹੈ, ਤਾਂ ਫਿਰ ਇਸ ਦਾ ਕੌਮ ਦਾ ਇਹੀ ਹਾਲ ਹੋਣਾ ਕਿ ਪਹਿਲੀ ਕਮੇਟੀ ਫੇਲ ਹੋ ਗਈ 2022 ਵਾਲੀ, ਹੁਣ ਦੂਜੀ ਕਮੇਟੀ ਵੀ ਤੁਰਨ ਤੋਂ ਪਹਿਲੇ ਹੀ ਲੰਗੜੀ ਲੂੜੀ ਕਰਤੀ ਔਰ ਤੀਸਰਾ ਜੇ ਪ੍ਰੋਟੈਸਟ ਮਾਰਚ ਨਿਕਲਣਾ ਉਹਦੇ 'ਤੇ ਵੀ ਉਹਨਾਂ ਨੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ। ਸੋ ਸਾਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਔਰ ਇਹ ਜਿਹੜੀ ਪੋਲੀਟਿਕਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੇਡਦੀ ਹੈ ਸੁਖਬੀਰ ਬਾਦਲ ਦੇ ਕਹਿਣ 'ਤੇ, ਇਹ ਇਹਨਾਂ ਸੰਸਥਾਵਾਂ ਨੂੰ ਬਦਨਾਮ ਕਰ ਰਹੀ ਹੈ। ਔਰ ਬੜੇ ਹੈਰਾਨਗੀ ਦੀ ਗੱਲ ਹੈ ਕਿ ਐਤਕੀ ਉਹਨਾਂ ਨੇ ਸਰਦਾਰ ਬਜਿੰਦਰ ਸਿੰਘ ਜੀ ਜੋ ਅਜੀਤ ਸਮੂਹ ਦੇ ਐਡੀਟਰ ਇਨ ਚੀਫ ਹਨ, ਉਹਨਾਂ ਨੂੰ ਵੀ ਆਪਣੀ ਉਂਗਲੀ ਲਾ ਕੇ ਨਾਲ ਤੋਰ ਲਿਆ। ਉਹ ਹੁਣ ਤੀਕਨ ਪਿਛਲੇ 1.5 ਸਾਲ ਵਿੱਚ ਜਦੋਂ ਪਹਿਲੀ ਕਮੇਟੀ ਫੇਲ ਹੋ ਗਈ ਅਤੇ ਦੂਜੀ ਕਮੇਟੀ ਵਿੱਚ ਉਹ ਆ ਗਏ, ਉਹ ਸੁਖਬੀਰ ਬਾਦਲ ਜੀ ਦੀ ਮਰਜ਼ੀ ਨਾਲ ਹੀ ਆਏ ਹਨ। ਇਹ ਥੋੜ੍ਹੀ ਹੋ ਸਕਦਾ ਹੈ ਕਿ ਉਹਨਾਂ ਨੇ ਇਸ ਕਮੇਟੀ ਦਾ ਮੈਂਬਰ ਬਣਨ ਤੋਂ ਪਹਿਲੇ ਉਹਨਾਂ ਨੂੰ ਪੁੱਛਿਆ ਨਾ ਹੋਵੇ, ਕਿਉਂਕਿ ਅਜੀਤ ਅਖਬਾਰ ਨੇ ਪਹਿਲੇ ਪੇਜ 'ਤੇ ਖਬਰ ਲਾਈ ਵੀ ਇਹ ਨਵੀਂ ਕਮੇਟੀ ਬਣੀ ਹੈ 5 ਮੈਂਬਰੀ। ਉਸ ਕਮੇਟੀ ਵਿੱਚ ਸਰਦਾਰ ਬਜਿੰਦਰ ਸਿੰਘ ਜੀ ਨੇ ਜਿੱਥੇ ਬਾਕੀ ਦੇ 4 ਮੈਂਬਰਾਂ ਦੀਆਂ ਫੋਟੋਆਂ ਲਗਾਈਆਂ, ਉੱਥੇ ਆਪਣੀ ਫੋਟੋ ਵੀ ਲਗਾਈ ਹੈ। ਪਰ ਇਹ ਹੁਣ ਕੀ ਹੋਏਗਾ ਅੱਗੋਂ, ਇਹ ਤੁਹਾਨੂੰ ਸਮਾਂ ਹੀ ਦੱਸੇਗਾ। ਪਰ ਹੁਣ ਦੀ ਘੜੀ ਸਭ ਕੰਮ ਠੁੱਸ ਹੋ ਚੁੱਕਾ ਹੈ ਅਤੇ ਜਿਹੜੀ 30 ਦਸੰਬਰ ਨੂੰ ਪ੍ਰੋਟੈਸਟ ਮਾਰਚ ਨਿਕਲਣੀ ਹੈ ਉਹਦੇ 'ਤੇ ਇੱਕ ਸਵਾਲੀਆ ਨਿਸ਼ਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਖੜਾ ਕਰਤਾ। ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ। ਉਮੀਦ ਕਰਦਾ ਕਿ ਜੇਕਰ ਇਹ ਤੁਹਾਨੂੰ ਪਸੰਦ ਆਏਗੀ ਤਾਂ ਤੁਸੀਂ ਇਸ ਨੂੰ ਆਪਣੇ ਸੰਬੰਧੀਆਂ ਮਿੱਤਰਾਂ ਨਾਲ ਵੱਧ ਤੋਂ ਵੱਧ ਸਾਂਝਾ ਕਰੋਗੇ ਅਤੇ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਜੋ ਆਜ਼ਾਦ ਪੱਤਰਕਾਰੀ ਦਾ ਹੌਸਲਾ ਅਫਜ਼ਾਈ ਹੋਵੇ। ਸਤਿ ਸ੍ਰੀ ਅਕਾਲ, ਧੰਨਵਾਦ।